ਮੋਹਨ ਗਿੱਲ ਸਵਾਗਤ ਕਰਦਾ ਹੈ ਤੁਹਾਡਾ ਸਭ ਦਾ ਕਲਾ ਦੇ ਅੰਗ ਸੰਗ ਦੇ ਵਿੜੇ ਦੇ ਵਿੱਚ। ਜਿਸ ਤਰ੍ਹਾਂ ਹਰ ਵਾਰ ਆਪਾਂ ਕਿਸੇ ਵੀ ਕਲਾਮਈ ਸ਼ਖਸੀਅਤ ਦੇ ਨਾਲ ਗੱਲਬਾਤ ਕਰਦੇ ਹਾਂ, ਗੁਫ਼ਤਗੂ ਕਰਦੇ ਹਾਂ। ਅੱਜ ਦੇ ਜਿਹੜੇ ਮਹਿਮਾਨ ਨੇ ਸਾਡੇ, ਉਹ ਕੋਈ ਨਵੇਂ ਨਹੀਂ ਤੁਹਾਡੇ ਲਈ, ਉਹਨਾਂ ਨਾਲ ਮੈਂ ਪਹਿਲਾਂ ਵੀ ਗੱਲਬਾਤ ਕਰ ਚੁੱਕਿਆ। ਉਹਨਾਂ ਨਾਲ ਜੋ ਗੱਲਬਾਤ ਪਹਿਲਾਂ ਕੀਤੀ ਉਸ ਤੋਂ ਅੱਗੇ ਗੱਲਬਾਤ ਤੋਰਾਂਗੇ। ਸਭ ਤੋਂ ਪਹਿਲਾਂ ਤਾਂ ਆਓ ਸਵਾਗਤ ਕਰੀਏ ਸਰਦਾਰ ਜਰਨੈਲ ਸਿੰਘ ਆਰਟਿਸਟ ਹੋਰਾਂ ਦਾ। ਜਰਨੈਲ ਸਿੰਘ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡਾ ਸਰੋਤਿਆਂ ਨਾਲ ਰੂਬਰੂ ਕਰਵਾਉਣ ਲਈ। ਆਪਾਂ ਤੁਹਾਡੇ ਜੀਵਨ ਬਾਰੇ ਪਹਿਲਾਂ ਜਾਣਕਾਰੀ ਹਾਸਲ ਕਰ ਚੁੱਕੇ ਹਾਂ। ਪਿਤਾ ਜੀ ਤੁਹਾਡੇ ਸਰਦਾਰ ਕਿਰਪਾਲ ਸਿੰਘ, ਜਿਨ੍ਹਾਂ ਨੂੰ ਮਤਲਬ ਕੌਣ ਨਹੀਂ ਜਾਣਦਾ ਕਿ ਸਿੱਖ ਇਤਿਹਾਸ ਨੂੰ ਚਿਤਰਨ ਵਾਲੇ, ਉਹਨਾਂ ਦਾ ਕੰਮ ਇੱਕ ਇੰਸਟੀਟਿਊਸ਼ਨ ਤੋਂ ਕਿਤੇ ਵੱਧ ਹੈਗਾ। ਅਤੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਫਰਜ਼ੰਦ ਦੇ ਤੌਰ 'ਤੇ ਜਨਮ ਲੈ ਕੇ ਤੁਸੀਂ ਉਹਨਾਂ ਦੀ ਜਿਹੜੀ ਕਲਾ ਨੂੰ ਅੱਗੇ ਤੋਰਿਆ। ਸਭ ਤੋਂ ਪਹਿਲਾਂ ਤਾਂ ਤੁਸੀਂ ਪੰਜਾਬ ਦੀ ਇੱਕ ਪਿਰਤ ਨੂੰ ਤੋੜ ਕੇ, ਜਦ ਕਿ ਮਾਡਰਨ ਆਰਟ ਉਸ ਵੇਲੇ ਚੱਲ ਰਿਹਾ ਸੀਗਾ, ਤੁਸੀਂ ਮਾਡਰਨ ਆਰਟ ਨੂੰ ਨਾ ਅਪਣਾ ਕੇ ਹੋਰਾਂ ਦੇ ਕਹਿਣ ਦੇ ਬਾਵਜੂਦ ਪੰਜਾਬ ਨੂੰ ਚਿਤਰਨਾ ਸ਼ੁਰੂ ਕੀਤਾ। ਪੰਜਾਬ ਚਿਤਰਿਆ ਅਤੇ ਉਹਦੇ ਨਾਲ ਇਤਿਹਾਸ ਤਾਂ ਨਾਲ ਚਿਤਰਿਆ ਹੀ, ਪਿਤਾ ਜੀ ਦੀ ਪਿਰਤ ਨੂੰ ਤਾਂ ਅੱਗੇ ਤੋਰਿਆ, ਇਤਿਹਾਸ ਚਿਤਰਿਆ। ਅਤੇ ਇਤਿਹਾਸ ਚਿੱਤਰਦੇ ਤੁਸੀਂ ਕੈਨੇਡਾ 'ਚ ਆ ਗਏ। ਪਹਿਲਾਂ ਤਾਂ ਥੋੜ੍ਹਾ ਜਿਹਾ ਆਪਣੇ ਉਸ ਇਤਿਹਾਸ ਚਿੱਤਰਨ ਬਾਰੇ ਕਿਸ ਤਰ੍ਹਾਂ ਜਿਹੜੇ ਆਰਟਿਸਟ ਦੋਸਤ ਕਿਸ ਤਰ੍ਹਾਂ ਮਹਿਸੂਸ ਕਰਦੇ ਸੀ, ਔਰ ਲੋਕਾਂ ਵੱਲੋਂ ਕਿਹੋ ਜਿਹਾ ਹੁੰਗਾਰਾ ਮਿਲਿਆ? ਇਤਿਹਾਸ ਚਿੱਤਰਿਆ ਤਾਂ ਇਸ ਤਰ੍ਹਾਂ ਸੀ, ਜਿਸ ਤਰ੍ਹਾਂ ਮੈਂ 10ਵੀਂ ਤੋਂ ਬਾਅਦ, ਹਾਈ ਸਕੂਲ ਤੋਂ ਬਾਅਦ ਪਿਤਾ ਜੀ ਦੇ ਨਾਲ ਐਜ਼ ਅਸਿਸਟੈਂਟ, ਜਿਵੇਂ ਉਹ ਪੁਰਾਣੀ ਗੁਰੂ ਸ਼ਿਸ਼ ਉਹਨਾਂ ਦੇ ਬੁਰਸ਼ ਧੋਣ ਲੱਗ ਗਏ, ਬੁਰਸ਼ ਧੋਣੇ, ਕੈਨਵਸਾਂ ਪੇਂਟ ਕਰਨੀਆਂ, ਹੋਰ ਇਸ ਤਰ੍ਹਾਂ ਦੇ ਕੰਮ। ਫਿਰ ਹੌਲੀ ਹੌਲੀ ਸਾਡੇ ਕਾਫੀ ਕੰਮ ਇਸ ਤਰ੍ਹਾਂ ਹੁੰਦਾ ਸੀਗਾ ਵੀ ਜਿਸ ਤਰ੍ਹਾਂ ਕਈ ਪਿਤਾ ਜੀ ਦੀਆਂ ਪਹਿਲੀਆਂ ਬਹੁਤ ਪ੍ਰਸਿੱਧ ਪੇਂਟਿੰਗਸ ਨੇ, ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜਾਂ ਬੰਦਾ ਬਹਾਦਰ, ਅਤੇ ਉਹ ਫਿਰ ਲੋਕਾਂ ਨੇ ਕਹਿਣਾ ਵੀ ਸਾਨੂੰ ਇਹਦੇ ਨਾਲ ਦੀ ਚਾਹੀਦੀ ਆ। ਸੋ ਉਹੋ ਜਿਹਾ ਜਿਹੜਾ ਕੰਮ ਕਾਫੀ ਹੁੰਦਾ ਸੀਗਾ, ਰੀਪਰੋਡਕਸ਼ਨ ਦਾ, ਕਾਪੀ ਵਰਕ, ਉਹ ਤਕਰੀਬਨ ਸਾਰਾ ਗਰਾਊਂਡ ਵਰਕ ਮੈਂ ਹੀ ਕਰਦਾ ਤੁਸੀਂ ਕਰਨ ਲੱਗ ਗਏ। ਅਤੇ ਉਹਦੇ ਵਿੱਚ ਹੀ ਸਾਰੀ ਟ੍ਰੇਨਿੰਗ ਹੋ ਗਈ, ਅਤੇ ਜੋ ਕੁਛ ਵੀ ਸਿੱਖਿਆ ਥੋੜ੍ਹਾ ਬਹੁਤ ਉਸ ਦੌਰਾਨ ਹੀ ਸਿੱਖਿਆ ਸਾਰਾ ਕੁਛ। ਅਤੇ ਇਹਦੇ ਨਾਲ ਸੀ ਕਿ ਇੱਕ ਪੇਂਟਿੰਗ ਮੈਂ ਬਣਾਈ ਕਿ ਤੁੰਬੀ ਵਜਾ ਰਿਹਾ ਗੱਭਰੂ। ਹਾਂਜੀ। ਉਹ ਥੋੜ੍ਹੇ ਡਿਫਰੈਂਟ ਸੀ ਪਿਤਾ ਜੀ ਦੇ ਕੰਮ ਨਾਲੋਂ ਹਟ ਕੇ। ਅਤੇ ਫਿਰ ਇੱਕ ਹੋਰ ਪੇਂਟਿੰਗ ਬਣਾਈ, ਉਹ ਵੀ ਉਹ ਪਿਤਾ ਜੀ ਦੇ ਸਕੈਚ ਹੀ ਸੀਗਾ, ਬਹੁਤ ਦੇਰ ਦਾ ਕੀਤਾ ਹੋਇਆ, ਫੁਲਕਾਰੀ ਕੱਢ ਰਹੀ ਕੁੜੀ। ਹਾਂਜੀ। ਉਹ ਤਾਂ ਲਾਈਨ ਡਰਾਇੰਗ ਸੀ, ਮੈਂ ਫਿਰ ਉਹਦੀ ਪੇਂਟਿੰਗ ਬਣਾਈ। ਹਾਂਜੀ। ਅਤੇ ਉਹ ਫਿਰ ਉਦੋਂ ਬਾਅਦ ਹੋਰ ਤਰ੍ਹਾਂ ਕੰਮ ਚੱਲਣ ਲੱਗ ਪਿਆ, ਬਈ ਸਿਲਸਿਲੇਬੱਧ ਮੈਂ ਕੰਮ ਕੀਤਾ। ਬਈ ਜਿਵੇਂ ਪਹਿਲਾਂ ਪਿੰਡਾਂ ਦੇ ਘਰਾਂ ਦੇ ਕੰਮ ਕਾਜ, ਜਿਵੇਂ ਕਿਉਂਕਿ ਜਿਹੜਾ ਕਲਚਰ ਦੀ ਪ੍ਰੋਪੇਗੇਸ਼ਨ ਹੈ, ਟਰੈਡੀਸ਼ਨਸ ਨੂੰ ਉਹ ਔਰਤਾਂ ਅੱਗੇ ਲੈ ਕੇ ਜਾਂਦੀਆਂ। ਜਿਹੜਾ ਤੁਸੀਂ ਪਹਿਲਾਂ ਤੁੰਬੀ ਵਾਲਾ ਬਣਾਇਆ ਅਤੇ ਇੱਕ ਫੁਲਕਾਰੀ ਕੱਢਦੀ ਕੁੜੀ ਵਾਲਾ, ਇਹ ਸਾਡੇ ਲੋਕਾਂ ਤੱਕ ਕਿਵੇਂ ਪਹੁੰਚੇ? ਇਹ ਲੋਕਾਂ ਤੱਕ ਮੈਨੂੰ ਇਉਂ ਲੱਗਦਾ ਵੀ ਜਦੋਂ ਇਹ ਕੰਮ ਮੈਂ ਸ਼ੁਰੂ ਕੀਤਾ ਤਾਂ ਉਦੋਂ ਜਿਸ ਤਰ੍ਹਾਂ ਅਜੀਤ ਅਖਬਾਰ, ਬਰਜਿੰਦਰ ਸਿੰਘ ਹੋਰੀ ਇੱਥੋਂ ਚਲੇ ਗਏ ਸੀ ਪੰਜਾਬੀ ਟ੍ਰਿਬਿਊਨ ਛੱਡ ਕੇ ਅਜੀਤ ਦੇ ਵਿੱਚ। ਅਤੇ ਜਦੋਂ ਉੱਥੇ ਅਜੀਤ ਦੇ ਵਿੱਚ ਗਏ ਤਾਂ ਉਹਨਾਂ ਨੇ ਸਾਰਾ ਕੁਛ ਹੀ ਨਵੇਂ ਸਿਰਿਓਂ ਵਿਉਂਤ ਕੀਤਾ। ਅਤੇ ਉਹਨਾਂ ਨੇ ਮੈਨੂੰ ਕਿਹਾ, ਅਤੇ ਚੰਡੀਗੜ੍ਹ ਮਿਲਦੇ ਰਹਿੰਦੇ ਸੀ, ਉਹਨਾਂ ਨੇ ਕਿਹਾ ਬਈ ਜਰਨੈਲ ਸਿੰਘ, ਜਿੰਨੀਆਂ ਤੂੰ ਪੇਂਟਿੰਗਸ ਬਣਾਈਆਂ ਨਾ, ਇਹ ਸਾਰੀਆਂ ਮੈਨੂੰ ਭੇਜ ਦੇ। ਅੱਛਾ। ਅਤੇ ਉਹ ਫਿਰ ਜਦੋਂ ਪਹਿਲੇ ਰੰਗਦਾਰ ਤਜਰਬੇ ਪ੍ਰਿੰਟਿੰਗ ਦੇ ਹੋਏ, ਉਹ ਮੇਰੀਆਂ ਪੇਂਟਿੰਗ 'ਤੇ ਹੀ ਹੋਏ। ਠੀਕ ਹੈ, ਠੀਕ ਹੈ। ਅੱਛਾ। ਅਤੇ ਉਹ ਜਦੋਂ ਤਸਵੀਰਾਂ ਛਪਣੀਆਂ ਸ਼ੁਰੂ ਹੋਈਆਂ ਤਾਂ ਉਹ, ਕਿਉਂਕਿ ਮੈਨੂੰ ਲੱਗਦਾ ਵੀ ਇੱਕ ਕਿਸਮ ਦਾ ਵੈਕਿਊਮ ਸੀਗਾ ਜਿਹਦੇ ਕਿ ਆਰਟ, ਜਿਹਦੇ ਨਾਲ ਲੋਕੀ ਪੰਜਾਬੀ ਰਿਲੇਟ ਕਰ ਸਕਣ, ਉਹ ਉਹਨਾਂ ਦੇ ਅੰਦਰਲੀ ਪਿਆਸ ਪੂਰੀ ਨਹੀਂ ਸੀ ਹੋ ਰਹੀ। ਹਾਂ। ਅਤੇ ਉਹ ਇੱਕਦਮ ਇੰਨੀਆਂ ਪਾਪੂਲਰ ਹੋਈਆਂ। ਅਤੇ ਮੇਰੇ ਦੋਸਤ ਕਈ ਉਦੋਂ ਆਰਟ ਕਾਲਜ ਵਗੈਰਾ ਪੜ੍ਹਦੇ ਸੀ, ਉਹਨਾਂ ਨੇ ਮੈਨੂੰ ਮਖੌਲ ਕਰਿਆ ਕਰਨਾ, ਇਹ ਕਿਹੜੇ ਆਰਟ ਆ ਵੀ ਆ ਕੁੜੀ ਚਰਖਾ ਕੱਤ ਰਹੀ ਜਾਂ ਫੁਲਕਾਰੀ ਕੱਢ ਰਹੀ। ਅਤੇ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਦੇਖਿਓ ਵੀ ਇਹ ਪੇਂਟਿੰਗਾਂ ਘਰ ਘਰ ਲੱਗਿਆ ਕਰਨਗੀਆਂ ਲੋਕਾਂ ਦੇ। ਅਤੇ ਉਹ ਮਤਲਬ ਕਾਫੀ ਇੱਕ ਵੈਕਿਊਮ ਸੀ। ਮੈਨੂੰ ਲੱਗਦਾ ਵੀ ਉਹ ਜਿਹੜਾ ਮੇਰੇ ਉਹਨਾਂ ਪੇਂਟਿੰਗ ਨੇ ਪੂਰਾ ਕੀਤਾ, ਅਤੇ ਇਸ ਕਰਕੇ ਲੋਕਾਂ ਨੂੰ
ਵੱਲੋਂ ਉਹਦੀ ਇੱਕਦਮ ਐਕਸੈਪਟੈਂਸ ਹੋਈ ਤੇ ਮਾਨਤਾ ਵੀ ਹੋਈ। ਅੱਜ ਵੀ ਮੇਰਾ ਖਿਆਲ ਜਿਹੜਾ ਮੈਟਰੀਮੋਨੀਅਲ ਅਜੀਤ ਦਾ ਹੈਗਾ ਉਹਦੇ ਟੌਪ ਦੇ ਉੱਤੇ ਤੁਹਾਡੀ ਪੇਂਟਿੰਗ ਉਹ ਮੇਰੀਆਂ ਹੀ ਪੇਂਟਿੰਗਸ ਨੇ ਦੋਨੋਂ ਲੱਗੀਆਂ ਹੋਈਆਂ ਨੇ। ਮੇਰਾ ਖਿਆਲ ਬਹੁਤ ਵੱਡੀ ਪ੍ਰਾਪਤੀ ਆ ਤੁਹਾਡੀ। ਤੁਸੀਂ ਫਿਰ ਇਹ ਗੱਲ ਕਰ ਰਹੇ ਸੀ ਵੀ ਉਹਨਾਂ ਪੇਂਟਿੰਗ ਤੋਂ ਬਾਅਦ ਅੱਗੇ ਤੁਸੀਂ ਫਿਰ ਪੰਜਾਬ ਦੇ ਸਮਾਜ ਨੂੰ ਚਿਤਰਨਾ ਸ਼ੁਰੂ ਕੀਤਾ। ਉਹ ਫਿਰ ਲੜੀਬੱਧ ਕੰਮ ਕੀਤਾ, ਘਰਾਂ ਦੇ ਕੰਮਕਾਜ, ਸੁਆਣੀਆਂ, ਫਿਰ ਵਿਆਹ ਸ਼ਾਦੀ ਦੇ ਰਸਮੋ ਰਿਵਾਜ ਉਹ ਪੇਂਟ ਕੀਤੇ। ਫਿਰ ਬਾਹਰ ਜਦੋਂ ਖੇਤਾਂ ਦੇ ਕੰਮਕਾਜ ਸੀ, ਹਾੜੀ ਵੜਦੇ, ਧੜਾ ਉਡਾਉਂਦੇ, ਉਹੋ ਜਿਹੇ ਕੰਮ ਕੀਤੇ। ਮਤਲਬ ਜਿੰਨੀ ਕੁ ਮੇਰੀ ਸਮਰੱਥਾ ਸੀ ਉਹਦੇ ਮੁਤਾਬਕ ਮੈਂ ਕੰਮ ਕਰੀ ਗਿਆ। ਵੀ ਕੋਈ ਇਹੋ ਜਿਹਾ ਕੱਲ੍ਹ ਤੋਂ ਵੀ ਇਹਨਾਂ ਪੇਂਟਿੰਗ ਦੇਖ ਕੇ ਪਤਾ ਲੱਗੂ, ਕਿਉਂਕਿ ਲਾਈਫ ਚੇਂਜ ਬਹੁਤ ਛੇਤੀ ਹੋ ਰਹੀ ਹੈ। ਮੈਨੂੰ ਲੱਗਦਾ ਵੀ ਜਿੰਨੀ ਪਿਛਲੇ 50 ਸਾਲਾਂ ਚੇਂਜ ਆਈ ਆ ਉਨੀ ਪਿਛਲੇ 200 ਸਾਲ ਦੇ ਵਿੱਚ ਨਹੀਂ ਆਈ। ਨਹੀਂ, ਤੇ ਹੁਣ ਉਹ ਚੀਜ਼ਾਂ ਪੇਂਟਿੰਗ 'ਚ ਹੀ ਦਿਖਦੀਆਂ ਨੇ। ਬਿਲਕੁਲ ਬਿਲਕੁਲ। ਹਾਲ ਵਾਹੁੰਦੇ, ਧੜਾ ਉਡਾਉਂਦੇ, ਚੱਕੀ ਪੀਂਦੀਆਂ, ਇਹ ਚੀਜ਼ਾਂ ਹੁਣ ਬਿਲਕੁਲ ਅਲੋਪ। ਇੱਕ ਤਰ੍ਹਾਂ ਨਾਲ ਤੁਸੀਂ ਉਸ ਵੇਲੇ ਦਾ ਜਿਹੜਾ ਇਤਿਹਾਸ ਸੰਭਾਲਦਾ, ਹਾਂਜੀ ਹਾਂ, ਉਹ ਤੁਹਾਡੀ ਪੇਂਟਿੰਗ ਦੇ ਵਿੱਚ ਉਹ ਸੰਭਾਲਿਆ ਪਿਆ। ਬਿਲਕੁਲ। ਤੇ ਉਹ ਕੰਮ ਚੱਲਦਾ ਰਿਹਾ ਕਾਫੀ, ਮਤਲਬ ਲੋਕਾਂ ਵੱਲੋਂ ਐਪਰੀਸ਼ੀਏਟ ਵੀ ਕੀਤਾ ਗਿਆ। ਔਰ ਮੈਂ ਤਾਂ ਇਹ ਥੋੜ੍ਹੇ ਹਾਸੇ ਨਾਲ ਕਹਿਣਾ ਹੁੰਦਾ ਵੀ ਜਿੱਥੇ ਵੀ ਪੰਜਾਬੀ ਆ ਜਾਂ ਸਿੱਖ ਨੇ ਦੁਨੀਆ ਦੇ ਵਿੱਚ, ਉੱਥੇ ਇਹ ਤਸਵੀਰਾਂ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਹੈਗੀ। ਤੁਹਾਡੀ ਪੇਂਟਿੰਗ ਉੱਥੇ ਪਹੁੰਚੀ ਹੋਈ ਆ। ਹਾਂਜੀ। ਔਰ ਮੈਂ ਇਹ ਕਹਿੰਦੇ ਵੀ ਸੁਣੇ ਨੇ ਵੀ ਜਦੋਂ ਜੇ ਕੋਈ ਰਿਸ਼ਤਾ ਮੰਗਦਾ ਨਾ ਤਾਂ ਸਾਨੂੰ ਕੁੜੀ ਜਿਹੜੀ ਚਾਹੀਦੀ ਆ ਜਰਨੈਲ ਸਿੰਘ ਆਰਟਿਸਟ ਦੀ ਪੇਂਟਿੰਗ ਵਰਗੀ ਕੁੜੀ ਵਰਗੀ ਹੋਵੇ। ਹਾਂਜੀ ਹਾਂ। ਮੇਰਾ ਗੱਲ ਇਹ ਆਮ ਲੋਕਾਂ ਦੇ ਕੋਲੋਂ ਇਹ ਗੱਲ ਕਹਿਣਾ ਇਹ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਆ। ਔਰ ਫਿਰ ਦੂਸਰੀ ਗੱਲ ਇਹੀ ਨਹੀਂ, ਆਮ ਲੋਕਾਂ ਤੋਂ ਲੈ ਕੇ ਜਦੋਂ ਗੱਲ ਕ੍ਰਿਟਿਕ ਦੀ ਵੀ ਆਉਂਦੀ ਆ, ਤੁਹਾਡੀ ਕਲਾ ਪੱਖੋਂ ਜਿਹੜੀਆਂ ਤੁਹਾਡੀਆਂ ਇਹ ਪੇਂਟਿੰਗਸ ਨੇ ਉਸ ਪੱਖੋਂ ਜਿੱਥੇ ਉੱਚ ਪੱਧਰ ਦੀਆਂ ਨੇ, ਉੱਥੇ ਇੱਕ ਆਮ ਵਿਅਕਤੀ ਨੂੰ ਵੀ ਪ੍ਰਭਾਵਿਤ ਕਰਦੀਆਂ। ਮੇਰੇ ਖਿਆਲ ਇਹ ਬਹੁਤ ਵੱਡੀ ਪ੍ਰਾਪਤੀ ਆ। ਕਵਿਤਾ ਦੀ ਵੀ ਇਹ ਵੱਡਾ ਗੁਣ ਹੁੰਦਾ, ਤੁਹਾਡੀ ਪੇਂਟਿੰਗ ਦਾ ਵੀ ਇਹ ਬਹੁਤ ਵੱਡਾ ਗੁਣ ਆ। ਇਹ ਤੁਸੀਂ ਪੰਜਾਬ ਦੇ ਵਿੱਚ ਜਦ ਤੱਕ ਰਹੇ ਤਾਂ ਤੁਸੀਂ ਮੇਰਾ ਖਿਆਲ ਆ ਜਿੰਨਾ ਕਰ ਸਕਦੇ ਸੀ ਤੁਸੀਂ ਕਰ ਲਿਆ ਸੀਗਾ ਉੱਥੇ। ਹਾਂਜੀ, ਮੈਨੂੰ ਇਹੀ ਲੱਗਦਾ ਸੀ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਰਹਿੰਦੇ ਆ, ਜਿੰਨਾ ਕੁ ਮੈਂ ਕਰ ਸਕਦਾ ਸੀ ਕਰ ਲਿਆ ਹੈਗਾ। ਤੇ ਉਦੋਂ ਅਸੀਂ ਗਏ ਵਿੱਚ ਥੋੜ੍ਹੀ ਜਿਹੀ ਅਸੀਂ ਬੰਬੇ ਗਏ ਤੇ ਬੰਬੇ ਮੇਰੀਆਂ 2 ਐਗਜ਼ੀਬਿਸ਼ਨ ਲੱਗ ਚੁੱਕੀਆਂ ਸੀ, ਮਤਲਬ ਉਹਨੂੰ ਚੰਗਾ ਹੁੰਗਾਰਾ ਮਿਲਿਆ। ਤੇ ਫਿਰ ਅਸੀਂ ਬੰਬੇ ਤੋਂ ਗੋਆ ਵੀ ਦੇਖਣ ਚਲੇ ਗਏ। ਗੋਆ ਸਾਨੂੰ ਬਹੁਤ ਵਧੀਆ ਲੱਗਿਆ, ਬੱਚੇ ਨਾਲ ਸੀ। ਤੇ ਅਸੀਂ ਇੱਕ ਵਾਰੀ ਇਹ ਸੋਚਣ ਲੱਗ ਪਏ ਵੀ ਗੋਆ ਰਹਿਣ ਲੱਗ ਪਈਏ ਤੇ ਸਾਲ 'ਚ 1-2 ਐਗਜ਼ੀਬਿਸ਼ਨ ਬੰਬੇ ਕਰ ਦਿਆ ਕਰੀਏ ਤੇ ਵਿਲ ਬੀ ਫਾਈਨ। ਤੇ ਪਰ ਫਿਰ ਇੱਧਰ ਦਾ ਬਣ ਗਿਆ ਪ੍ਰੋਗਰਾਮ, ਅੰਜਲ ਇੱਥੇ ਖਿੱਚ ਲਿਆ। ਜਿਹੜਾ ਪੰਜਾਬ ਦੇ ਵਿੱਚ ਤੁਹਾਡੀ ਕਲਾ ਜਿਵੇਂ ਨਾ ਬੇਚੈਨ ਹੋ ਚੁੱਕੀ ਸੀ, ਉਹਨੂੰ ਕੋਈ ਦਿਸ਼ਾ ਚਾਹੀਦੀ ਸੀ, ਉਹ ਕੁਝ ਹੋਰ ਵੱਧ ਕਰਨਾ ਚਾਹੁੰਦੀ ਸੀ। ਮੇਰਾ ਖਿਆਲ ਉਸ ਕਰਕੇ ਤੁਸੀਂ ਗੋਆ, ਔਰ ਧੰਨ ਭਾਗ ਸਾਡੇ ਕੈਨੇਡਾ ਵਾਲਿਆਂ ਦੇ ਵੀ ਵਧੀਆ ਹੋਇਆ ਤੁਸੀਂ ਗੋਆ ਦੇ ਵਿੱਚ ਨਹੀਂ ਸਥਾਪਿਤ ਹੋਏ ਤੇ ਤੁਸੀਂ ਕੈਨੇਡਾ ਆ ਗਏ। ਔਰ ਤੁਸੀਂ ਕੈਨੇਡਾ ਜਦੋਂ ਆਏ, ਕੈਨੇਡਾ ਆ ਕੇ ਤੁਸੀਂ ਮਤਲਬ ਪਹਿਲਾਂ ਤਾਂ ਜਿਹੜਾ ਤੁਹਾਡੀ ਰਚਨਾਵਾਂ ਉਹ ਬਣ ਚੁੱਕੀਆਂ, ਇਤਿਹਾਸ ਤੁਹਾਡੀ ਕਲਾ ਦਾ, ਇੱਥੇ ਆ ਕੇ ਤੁਸੀਂ ਇੱਥੋਂ ਦੇ ਇਤਿਹਾਸ ਨੂੰ ਜਾਣਨਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਤਾਂ ਤੁਸੀਂ ਇੱਥੋਂ ਦਾ ਜਿਹੜਾ ਕਾਮਾਗਾਟਾ ਮਾਰੂ, ਲੱਕੀਲੀ ਤੁਹਾਡੇ ਹੁੰਦਿਆਂ ਤੇ ਇੱਥੇ ਜਿਹੜੀ 100 ਸਾਲਾ ਉਹਦਾ ਆਇਆ। ਹਾਂਜੀ ਹਾਂ। ਤੇ ਉਹ ਜਿਹੜਾ ਕਾਮਾਗਾਟਾ ਮਾਰੂ ਦਾ ਇੱਕ ਜਿਹੜੀ ਤੁਸੀਂ ਸੀਰੀਜ਼ ਤਿਆਰ ਕੀਤੀ ਸੀ ਪੇਂਟਿੰਗਸ ਦੀ, ਉਹਦੇ ਬਾਰੇ ਦੱਸੋ, ਕਿਸ ਤਰ੍ਹਾਂ ਮਨ ਦੇ ਵਿੱਚ ਆਈ ਤੇ ਕਿਵੇਂ ਉਹਨੂੰ ਤੁਸੀਂ ਸੰਪੂਰਨ ਕੀਤਾ? ਕਾਮਾਗਾਟਾ ਮਾਰੂ ਦੀ ਪੇਂਟਿੰਗ ਦੀ ਵੀ ਲੰਮੀ ਗਾਥਾ ਹੈਗੀ ਆ। 1978-77 ਦੀ ਗੱਲ ਹੈਗੀ, ਉੱਥੇ ਚੰਡੀਗੜ੍ਹ ਹੀ ਸੀ ਉਦੋਂ ਅਸੀਂ। ਤੇ ਪਿਤਾ ਜੀ ਦੇ ਇੱਕ ਦੋਸਤ ਅਮਰੀਕਾ ਤੋਂ ਆਏ ਤੇ ਉਹ ਕਹਿੰਦੇ ਵੀ ਗਦਰ ਪਾਰਟੀ ਮੈਮੋਰੀਅਲ ਮਿਊਜ਼ੀਅਮ ਬਣਾਉਣਾ ਉੱਥੇ ਅਮਰੀਕਾ ਦੇ ਵਿੱਚ। ਚਲੋ ਅਸੀਂ ਮਤਲਬ ਕੰਮ ਸ਼ੁਰੂ ਕਰ ਦਿੱਤਾ। ਤੇ ਪਰ ਉਹ ਕਿਸੇ ਗੱਲੋਂ ਮੈਨੂੰ ਲੱਗਦਾ ਵੀ ਫੰਡ ਦੀ ਘਾਟ ਕਰਕੇ ਉਹ ਪ੍ਰੋਜੈਕਟ ਸਿਰੇ ਨਾ ਚੜ੍ਹਿਆ ਤੇ ਅਸੀਂ ਉਹ ਵੱਡੀਆਂ ਪੇਂਟਿੰਗ ਕਾਮਾਗਾਟਾ ਮਾਰੂ ਦੀ
ਤੇ ਪੋਰਟਰੇਟ ਸੀ ਬਾਬਾ ਗੁਰਦੇਵ ਸਿੰਘ ਸੋਹਣ ਤੇ ਪਕਣਾ, ਉਹ ਸ਼ੁਰੂ ਕਰਤੇ ਸੀ ਤੇ ਉੱਥੇ ਚੰਡੀਗੜ੍ਹ ਹੀ ਪਏ ਰਹੇ ਕਾਫੀ ਦੇਰ ਤੱਕ, ਸਿਰੇ ਨਾ ਚੜੇ। ਫਿਰ ਜਦੋਂ ਮੈਂ ਇੱਥੇ ਆਇਆ ਤੇ ਮੈਂ ਸੋਚਿਆ ਵੀ ਇੱਥੋਂ ਦੀ ਜਿਹੜੀ ਹਿਸਟਰੀ ਆ ਪਾਇਨੀਅਰ ਦੀ, ਕਾਮਾਗੁੱਟਾ ਮਾਰੂ ਬਹੁਤ ਵੱਡਾ ਇੰਸੀਡੈਂਟ ਹੈਗਾ ਔਰ ਕੈਨੇਡੀਅਨ ਹਿਸਟਰੀ ਦਾ, ਔਰ ਸਾਡੇ ਸਮਾਜ ਨਾਲ ਜੁੜਿਆ, ਤੇ ਉਹਦੇ ਬਾਰੇ ਵੀ ਕੰਮ ਕੀਤਾ ਜਾਵੇ। ਸਭ ਤੋਂ ਪਹਿਲਾਂ ਉੱਥੇ ਚਰਨਪਾਲ ਗਿੱਲ ਹੋਰੀ ਪਿਕਸ ਤੇ ਤੁਸੀਂ ਉਹ ਕਹਿੰਦੇ ਵੀ ਕਾਮਾਗੁੱਟਾ ਮਾਰੂ ਬਾਰੇ ਕੁਛ ਆਪਾਂ ਕਰੀਏ ਕੰਮ। ਮੈਂ ਕਿਹਾ ਜੀ ਆਪਾਂ ਐਡੀ ਆਪਣੇ ਕੋਲੇ ਜਗ੍ਹਾ ਹੈਗੀ, ਆਪਾਂ ਮਿਊਰਲ ਬਣਾਉਣੇ ਆ ਕਾਮਾਗੁੱਟਾ ਮਾਰੂ, ਤੇ ਉਹ ਜਿਹੜਾ ਫਿਰ 76 ਕੰਧ ਦੇ ਉੱਤੇ ਮਿਊਰਲ ਬਣਾਇਆ। ਉਹਦੀ ਕਾਫੀ ਉਦੋਂ, ਕਿਉਂਕਿ ਉਹਦੇ ਥੱਲੇ ਮੈਂ ਇਬਾਰਤ ਲਿਖੀ ਸੀ ਵੀ ਕਾਮਾਗੁੱਟਾ ਮਾਰੂ 1914 ਤੇ ਵੀ ਰਿਮੈਂਬਰ ਦੇ ਪਿੱਛੇ ਐਕਸਕਲੇਮੇਸ਼ਨ ਮਾਰਕ, ਉਹਦੇ ਤੇ ਬੜਾ ਵਿਵਾਦ ਉੱਠਿਆ ਸੀ, ਕਾਫੀ ਵਿਵਾਦ ਪਿਆ, ਤੇ ਉਹ ਖੈਰ ਐਮੀਕੇਬਲੀ ਹੋ ਗਿਆ ਰਿਜ਼ੋਲਵ। ਉਹ ਫਿਰ ਇੰਟਰਵਿਊਜ਼ ਵਗੈਰਾ ਵੀ CBC ਹੋਰ ਇਹਨਾਂ ਨੇ ਕੀਤੇ। ਮੈਂ ਕਿਹਾ ਵੀ ਅਸੀਂ ਆਪਣੀ ਜਿਹੜੀ ਸਿੱਖ ਗੁਰਦੁਆਰਿਆਂ ਦੇ ਵਿੱਚ ਆਲ ਓਵਰ ਦੀ ਵਰਲਡ ਜਿਹੜੀ ਪ੍ਰੇਅਰ ਹੁੰਦੀ ਸਵੇਰੇ ਸ਼ਾਮ, ਉਹਦੇ 'ਚ ਅਸੀਂ ਆਪਦੀ 300 ਸਾਲਾਂ ਦੀ ਹਿਸਟਰੀ ਨੂੰ ਯਾਦ ਕਰਦੇ ਦਸਾਂ ਗੁਰੂਆਂ ਤੋਂ ਲੈ ਕੇ ਹੋਰ ਸਾਰੀ ਹਿਸਟਰੀ। ਤੇ ਮੈਂ ਕਿਹਾ ਇਸ ਕਰਕੇ ਅਸੀਂ ਆਪਣੇ ਇਤਿਹਾਸ ਨੂੰ ਐਕਟਿਵਲੀ ਯਾਦ ਕਰਦੇ ਹਾਂ, ਇਹਦੇ 'ਚ ਕੋਈ ਉਹੋ ਜਿਹੀ ਨਹੀਂ, ਇਹ ਤਾਂ ਜਸਟ ਰਿਮੈਂਬਰਿੰਗ ਵੀ ਅਸੀਂ ਯਾਦ ਰੱਖਾਂਗੇ ਮਸਲੇ ਨੂੰ, ਔਰ ਆਉਣ ਵਾਲੀਆਂ ਸਾਡੀ ਜਨਰੇਸ਼ਨ ਯਾਦ ਰੱਖਣ ਵੀ ਯਾਦ। ਤੇ ਉਹ ਕੀਤਾ। ਤੇ ਫਿਰ ਜਦੋਂ ਮੈਂ ਸ਼ੁਰੂ 'ਚ ਆਇਆ ਹੀ ਸੀ ਤੇ ਉਦੋਂ ਅਜਮੇਰ ਰੋਡੇ ਹੋਰਾਂ ਨਾਲ ਮੁਲਾਕਾਤ ਹੋਈ, ਤੇ ਰੋਡੇ ਹੋਰੀ ਉਦੋਂ ਪਹਿਲਾਂ ਕਾਮਾਗੁੱਟਾ ਮਾਰੂ ਦਾ ਨਾਟਕ ਲਿਖ ਚੁੱਕੇ ਸੀਗੇ, ਤੇ ਅਸੀਂ ਬੈਠੇ ਵੀ ਕੋਈ ਕੰਮ ਕਰੀਏ ਇਹਦੇ ਬਾਰੇ ਹੋਰ। ਉਹ ਕਹਿੰਦੇ ਠੀਕ ਆ, ਅਸੀਂ ਇੱਕ ਪ੍ਰੋਜੈਕਟ ਰਫਲੀ ਜਿਹਾ ਬਣਾ ਲਿਆ, ਤੇ 2003-04 ਦੇ ਵਿੱਚ ਅਸੀਂ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਨੇ ਸਟੋਰੀਜ਼ ਲਿਖੀਆਂ, ਹਿਸਟਰੀ ਦਾ ਤਾਂ ਪਤਾ ਹੀ ਹੈ ਸਾਰਿਆਂ ਨੂੰ, ਉਹਦੇ ਜਿਹੜਾ ਪੈਸੇਂਜਰ ਦਾ ਜਿਹੜਾ ਸਾਈਕੋਲੋਜੀਕਲ ਮੈਂਟਲ ਜਿਹੜੀ ਔਰ ਮਨੋਭਾਵਾਂ ਦੀ ਸਥਿਤੀ ਆ ਉਹ ਉਹਦੇ ਵਿੱਚ ਹੈਗੀ। ਤੇ ਉਹਦੇ 'ਚ ਪਹਿਲੀਆਂ ਫਿਰ 10 ਪੇਂਟਿੰਗ ਦੀ ਨੁਮਾਇਸ਼ ਨਿਊਟਨ ਕਲਚਰਲ ਸੈਂਟਰ 'ਚ ਲਾਈ, 2 ਨੁਮਾਇਸ਼ਾਂ ਹੋਰ ਐਬਸਫੋਰਡ ਲਾਈ, ਇੱਕ ਤੇ ਫਿਰ ਡੈਲਟਾ ਦੇ ਵਿੱਚ ਲਗਾਈ। ਤੇ ਉਹ 2004 'ਚ ਜਿਹੜਾ ਪ੍ਰੋਜੈਕਟ ਅਸੀਂ ਸ਼ੁਰੂ ਕੀਤਾ ਸੀਗਾ, ਉਹ ਸਮਝੋ 10 ਸਾਲ ਲੱਗ ਗਏ। 2014 ਦੇ ਵਿੱਚ ਜਦੋਂ ਫਿਰ ਸੈਂਟੈਨਰੀ ਸੀਗੀ ਔਰ ਪਾਰਲੀਮੈਂਟ 'ਚ ਇਹਦੀ ਐਪੋਲੋਜੀ ਕੀਤੀ ਜਸਟਿਨ ਟਰੂਡੋ ਵੱਲੋਂ, ਤੇ ਉਦੋਂ ਫਿਰ ਉਹ ਸਾਰੀਆਂ ਪੇਂਟਿੰਗ ਦੀ ਐਗਜ਼ੀਬਿਸ਼ਨ ਓਟਵਾ ਦੇ ਵਿੱਚ ਹੀ ਕਾਰਲਟਨ ਯੂਨੀਵਰਸਿਟੀ 'ਚ ਲੱਗੀ। ਔਰ ਉਹ ਫਿਰ ਪੇਂਟਿੰਗਸ 10 ਪੇਂਟਿੰਗਸ ਉੱਥੇ ਜਿਹੜੀ ਕਾਰਲਟਨ ਯੂਨੀਵਰਸਿਟੀ ਦੀ ਪਰਮਾਨੈਂਟ ਕਲੈਕਸ਼ਨ ਦੇ ਵਿੱਚ ਹੀ ਨੇ। ਉਹ ਅੱਜ ਵੀ ਉੱਥੇ ਸਥਾਪਿਤ, ਉਹ ਅੱਜ ਵੀ ਉੱਥੇ ਮਤਲਬ ਉਹਨਾਂ ਦੇ ਪਰਮਾਨੈਂਟ ਡਿਸਪਲੇ ਤੇ ਹੈਗੀਆਂ ਨੇ। ਔਰ ਇਹ ਇੱਕ ਤਰ੍ਹਾਂ ਨਾਲ ਤੁਸੀਂ ਇੱਥੇ ਇਸ ਤੁਹਾਡੇ ਆਉਣ ਦਾ ਇੱਥੋਂ ਦੇ ਸੱਭਿਆਚਾਰ ਨੂੰ ਇਹ ਫਾਇਦਾ ਹੋਇਆ ਵੀ ਜਿਹੜੇ ਸਾਡਾ ਇਤਿਹਾਸ ਸੀ ਤੁਸੀਂ ਇੱਥੇ ਵੀ ਜੀਵਤ ਕਰਕੇ ਭਵਿੱਖ ਦੇ ਲਈ ਬੱਚਿਆਂ ਦੇ ਲਈ ਉੱਥੇ ਰਾਖਵਾ ਰੱਖ ਦਿੱਤਾ। ਇਹਦੇ 'ਚ ਮੈਨੂੰ ਇਹ ਲੱਗਦਾ ਵੀ ਮੈਂ ਆਪਣਾ ਜਿੰਨੇ ਇੱਕ ਸਮਰੱਥਾ ਅਨੁਸਾਰ ਯੋਗਦਾਨ ਇੰਨਾ ਪਾ ਸਕਿਆ ਵੀ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਇਹਨਾਂ ਦੇਸ਼ ਭਗਤਾਂ ਨੂੰ, ਕਾਮਾਗੁੱਟਾ ਮਾਰੂ ਦੇ ਇਤਿਹਾਸ ਨੂੰ ਤੇ ਗਦਰੀ ਯੋਧਿਆਂ ਨੂੰ ਯਾਦ ਰੱਖਣਗੀਆਂ। ਇੱਥੇ ਹੀ ਮੈਂ ਆ ਰਿਹਾ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਸਿੱਖ ਇਤਿਹਾਸ ਦਾ ਜਿਹੜਾ ਉੱਥੋਂ ਵਾਲਾ ਸੀ, ਇੱਥੇ ਮੁਰਲ ਵਗੈਰਾ ਤਾਂ ਬਹੁਤ ਬਣਾਏ, ਔਰ ਪੰਜਾਬੀ ਸੱਭਿਆਚਾਰ ਦੇ ਬੜੇ ਬਣਾਏ, ਘਰਾਂ ਦੇ ਵਿੱਚ ਵੀ, ਗੁਰਦੁਆਰਾ ਸਾਹਿਬ ਦੇ ਵਿੱਚ ਵੀ, ਹੋਰ ਥਾਵਾਂ ਦੇ ਉੱਤੇ ਵੀ। ਉਸ ਦੇ ਨਾਲ ਨਾਲ ਤੁਸੀਂ ਜਿਹੜੀ ਹੁਣ ਇੱਕ ਲੜੀਵਾਰ ਕੈਨੇਡਾ ਦੇ ਗਦਰੀ ਯੋਧੇ ਜਿਨ੍ਹਾਂ ਦਾ ਇਤਿਹਾਸ ਕੈਨੇਡਾ ਦੇ ਨਾਲ ਜੁੜਦਾ ਹੈਗਾ, ਉਹਨਾਂ ਨੇ ਗਦਰ ਦੇ ਵਿੱਚ ਜਿੱਥੇ ਹਿੱਸਾ ਪਾਇਆ, ਪੰਜਾਬ ਆਪਣੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ, ਤੁਸੀਂ ਉਹਨਾਂ ਦੀ ਜਿਹੜੀ ਲੜੀ ਸ਼ੁਰੂ ਕੀਤੀ ਆ ਉਸ ਦੇ ਵਿੱਚ, ਉਸ ਲੜੀ ਦੇ ਵਿੱਚ ਤੁਸੀਂ 31 ਜਿਹੜੇ ਗਦਰੀ ਯੋਧੇ ਨੇ ਉਹਨਾਂ ਦੇ ਪੇਂਟਿੰਗ ਬਣਾਈਆਂ ਨੇ। ਪੇਂਟਿੰਗ ਬਣਾਈਆਂ ਹੀ ਨਹੀਂ, ਉਹਨਾਂ ਦੇ ਥੱਲੇ ਇੱਕ ਬਰੀਫ ਉਹਨਾਂ ਦਾ ਜੀਵਨ ਦੀ ਜਾਣਕਾਰੀ ਵੀ ਦਿੱਤੀ ਆ, ਉਹਨਾਂ ਨੇ ਕੀ ਕੰਮ ਕੀਤਾ, ਕਦੋਂ ਆਏ ਕੈਨੇਡਾ ਤੇ ਕੀ ਉਹਨਾਂ ਦੀ ਕੰਟਰੀਬਿਊਸ਼ਨ, ਕੀ ਉਹਨਾਂ ਦੀ ਸਟਰਗਲ, ਜਦੋਜਹਿਦ, ਜੇਲਾਂ ਕੱਟੀਆਂ, ਫਾਂਸੀਆਂ ਲੱਗੇ। ਤੇ ਅੱਜ ਉਹ ਗੁਰਦੁਆਰਾ ਸਾਹਿਬ ਗੁਰੂ ਸਿੰਘ ਸਭਾ ਜਿਹੜਾ 81 ਦੇ ਤੇ 132 ਦੇ ਉੱਤੇ ਹੈਗਾ ਸਥਿਤ, ਉੱਥੇ ਸਾਰੀਆਂ ਪੇਂਟਿੰਗ ਲੱਗੀਆਂ ਹੋਈਆਂ ਨੇ।
ਇਹ ਪੇਂਟਿੰਗਸ ਬਣਾਉਣ ਦਾ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਇਆ, ਜਾਂ ਤੁਹਾਨੂੰ ਕਿਸ ਤਰ੍ਹਾਂ ਦੀ ਸਪੋਰਟ ਮਿਲੀ ਆਲੇ ਦੁਆਲੇ, ਜਾਂ ਕਿਸੇ ਨੇ ਇਨਸਪਾਇਰ ਕੀਤਾ, ਕਿਹਾ ਇਹਦੇ ਲਈ? ਹਾਂਜੀ, ਇਹਦੇ 'ਚ ਇਸ ਤਰ੍ਹਾਂ ਕੋਈ ਜਦੋਂ ਸ਼ੁਰੂ 'ਚ ਮੈਂ ਆਇਆ ਤਾਂ ਇੱਥੇ ਪੰਜਾਬੀ ਟ੍ਰਿਬਿਊਨ ਅਖਬਾਰ ਸੀ ਤੇ ਸਰਦਾਰ ਜੋਗਿੰਦਰ ਸਿੰਘ ਸਿੱਧੂ ਉਹਦੇ ਮਾਲਕ ਸੀਗੇ, ਸੰਪਾਦਕ, ਤੇ ਉਹ ਗੁਰਦੁਆਰਾ ਸਿੰਘ ਸਭਾ ਦੇ ਵੀ ਉਦੋਂ ਸੀ ਪ੍ਰਬੰਧਕ। ਤੇ ਉਦੋਂ ਮੈਂ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਪੇਂਟਿੰਗ ਬਣਾਈ ਸੀ ਬਹੁਤ ਵੱਡੀ, ਤੇ ਟੋਰਾਂਟੋ ਕਿਸੇ ਸੱਜਣ ਦੇ, ਤੇ ਉਹਨਾਂ ਨੇ ਉਹ ਦੇਖੀ, ਤੇ ਉਹ ਜਦੋਂ ਅਸੀਂ ਉਹਦਾ ਉਦਘਾਟਨੀ ਸਮਾਰੋਹ ਕੀਤਾ ਉੱਥੇ ਵੀ ਉਹ ਆਏ, ਤੇ ਉਹ ਕਹਿੰਦੇ ਵੀ ਜਰਨੈਲ ਸਿੰਘ ਅਸੀਂ ਹੁਣ ਗੁਰਦੁਆਰਾ ਉੱਥੇ ਮਤਲਬ ਬਣਾ ਰਹੇ ਹਾਂ ਰੈਨੋਵੇਸ਼ਨ ਵਗੈਰਾ, ਤੇ ਜਦੋਂ ਉਹ ਪੂਰਾ ਹੋ ਗਿਆ ਵੀ ਤੂੰ ਉੱਥੇ ਜੋ ਕਰਨਾ ਕਰ ਲੈ। ਅੱਛਾ। ਮੈਂ ਕਿਹਾ ਜੀ ਠੀਕ ਆ। ਤੇ ਉਹ ਮਤਲਬ ਟੱਚਵੁੱਡ, ਮੈਂ ਤਾਂ ਮਤਲਬ ਉਹਨਾਂ ਦਾ ਥੈਂਕਸ ਹੀ ਕਰਦਾ ਕਿ ਉਹਨਾਂ ਨੇ ਮੇਰੇ ਕੰਮ 'ਚ ਕਦੇ ਵੀ ਕੋਈ ਦਖਲ ਨਹੀਂ ਕੀਤਾ। ਜੋ ਵੀ ਮੈਂ ਸੁਝਾਅ ਦੇਣਾ ਉਹਨਾਂ ਨੇ ਕਹਿਣਾ ਵੀ ਠੀਕ ਹੈ ਕਰੀ ਚੱਲ। ਤੇ ਮੈਂ ਸਮਝਦਾ ਵੀ ਇਹ ਕੈਨੇਡਾ 'ਚ ਪਹਿਲਾ ਗੁਰਦੁਆਰਾ ਹੈ ਜਿੱਥੇ ਇਸ ਤਰ੍ਹਾਂ ਦੀ ਮਿਊਰਲਸ ਬਣੇ ਹੋਏ ਨੇ ਇਤਿਹਾਸ ਦਰਸਾਉਂਦੇ। ਓਕੇ, ਉੱਥੇ ਗੁਰਦੁਆਰਾ ਸਾਹਿਬ ਦੀ ਲੌਬੀ ਦੇ ਵਿੱਚ ਬੜੇ ਪਹਿਲੇ 10 ਗੁਰੂਆਂ ਦਾ ਇਤਿਹਾਸ ਹੈਗਾ, ਉਸ ਤੋਂ ਬਾਅਦ ਫਿਰ ਜਿਹੜੀ ਖਾਲਸੇ ਦੀ ਸੇਵਾ ਦੀ ਪਰੰਪਰਾ ਹੈਗੀ ਆ, ਭਾਈ ਕਨ੍ਹਈਆ ਜੀ, ਮਾਤਾ ਖੀਵੀ, ਲੰਗਰ ਦਾ ਬੜਾ ਮਹੱਤਵਪੂਰਨ ਸਾਡਾ ਅਹਿਮ ਅੰਗ ਹੈਗਾ। ਤੇ ਉਸ ਤੋਂ ਬਾਅਦ ਫਿਰ ਸਿੱਖਾਂ ਦੇ ਵਿੱਚ ਜਿਹੜੀ ਸਿੱਖ ਰਾਜ ਦੀ ਸਥਾਪਨਾ ਮਹਾਰਾਜਾ ਰਣਜੀਤ ਸਿੰਘ, ਉਸ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ, ਸਰਹੰਦ ਫਤਿਹ ਕੀਤਾ, ਪਹਿਲਾ ਸਿੱਖ ਰਾਜ, ਜਗੀਰਦਾਰੀ ਖਤਮ ਕੀਤੀ, ਗੁਰੂ ਸਾਹਿਬ ਦੇ ਨਾਂ ਦਾ ਸਿੱਕਾ ਚਲਾਇਆ, ਤੇ ਉਹ ਕੰਪਲੀਟ ਹੋ ਗਏ। ਫਿਰ ਇੱਕ ਕੰਧ ਉੱਥੇ ਇੱਕ ਵਾਲ ਖਾਲੀ ਸੀ, ਤੇ ਮੈਂ ਫਿਰ ਉਹ ਪ੍ਰਬੰਧਕਾਂ ਨੂੰ ਸਲਾਹ ਕੀਤੀ, ਮੈਂ ਕਿਹਾ ਵੀ ਆਪਾਂ ਇੱਥੇ ਜਿਹੜੇ ਕੈਨੇਡਾ ਦੇ ਗਦਰੀ ਯੋਧੇ ਨੇ ਵੀ ਆਪਾਂ ਉਹਨਾਂ ਦੀ ਆ ਬਣਾਈਏ ਪੇਂਟਿੰਗ, ਵੀ ਜਿੱਦਾਂ ਬਾਬਾ ਗੁਰਦੇਵ ਸਿੰਘ, ਭਾਈ ਮੇਵਾ ਸਿੰਘ ਲੋਪੋ ਕੇ, ਬੜੇ ਸ਼ਾਨਾ ਬੱਤਾ ਸਾਡਾ ਇਤਿਹਾਸ ਹੈ, ਜਿਹੜੇ ਉਹ ਲੋਕੀ ਜਿਨ੍ਹਾਂ ਨੇ ਇੱਧਰੋਂ ਉੱਧਰ ਜਾ ਕੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ। ਤੇ ਉਹ ਕਹਿੰਦੇ ਵੀ ਠੀਕ ਹੈ, ਬਹੁਤ ਵਧੀਆ ਹੈਗੀ, ਆਪਾਂ ਉਹਦੇ ਤੇ ਕੰਮ ਸ਼ੁਰੂ। ਮੇਰੇ ਖਿਆਲ ਇੱਥੇ ਉਹਨਾਂ ਨੂੰ ਸ਼ਾਬਾਸ਼ੀ ਜਾਂਦੀ ਆ, ਔਰ ਨਹੀਂ ਤਾਂ ਆਮ ਤੌਰ 'ਤੇ ਬਹੁਤ ਸਾਰੇ ਕੱਟੜਤਾਵਾਂ ਦੇ ਉੱਤੇ ਇਹ ਕਹਿੰਦੇ ਵੀ ਇੱਥੇ ਜੀ ਧਾਰਮਿਕ ਤੋਂ ਬਿਨਾਂ ਕੁਛ ਹੋਣਾ ਨਹੀਂ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ। ਜਿਹੜੇ ਇਹ ਸਾਡੇ ਜਿਹੜੇ ਗਦਰੀ ਯੋਧੇ ਆ, ਉਹਨਾਂ ਦਾ ਇਤਿਹਾਸ ਚਿਤਰਨ ਲਈ ਜਦੋਂ ਉਹਨਾਂ ਨੇ ਤੁਹਾਨੂੰ ਆਪ ਕਿਹਾ ਤਾਂ ਇਹ ਉਹਨਾਂ ਦੇ ਮਤਲਬ ਕਿੱਡਾ ਖੁੱਲ੍ਹਦਿਲੀ ਦੀ ਸਬੂਤ ਦਿੰਦੀ ਆ। ਨਹੀਂ, ਉਹ ਕਹਿੰਦੇ ਬਹੁਤ ਵਧੀਆ। ਤੇ ਜਦੋਂ ਪਹਿਲੀ ਇੱਕ ਲੜੀ ਬਣ ਗਈ, ਉਹਦੇ ਸੀ 14 ਪੇਂਟਿੰਗਸ ਦੀ, ਤੇ ਉਹ ਫਿਰ ਉਹ ਪ੍ਰਧਾਨ ਸੀਗੇ ਉਹ ਨਿੱਜਰ ਸਾਹਿਬ, ਉਹ ਕਹਿੰਦੇ ਵੀ ਇੱਕ ਲੜੀ ਆਪਾਂ ਹੋਰ ਬਣਾਈਏ। ਮੈਂ ਕਿਹਾ ਜੀ ਠੀਕ ਹੈ। ਉਹ ਫਿਰ ਅਸੀਂ ਆਪਸੀ ਸਲਾਹ ਮਸ਼ਵਰਾ ਕਰਕੇ ਉਹ ਕਿਹੜੀਆਂ ਸ਼ਖਸੀਅਤਾਂ ਦੇ ਬਣਾਉਣੇ ਨੇ ਉਹ ਬਣਾਏ। ਉਹਦਾ ਫਿਰ 2020 ਦੇ ਵਿੱਚ ਕੈਨੇਡਾ ਡੇ ਦੇ ਮੌਕੇ ਅਸੀਂ ਵੀ ਸ਼ਾਮਲ ਸੀ ਉਸ। ਤੇ ਉਸ ਤੋਂ ਬਾਅਦ ਫਿਰ ਜਿਹੜੀ ਦੂਜੀ ਲੜੀ ਆ ਉਹਦਾ ਵੀ ਉਦਘਾਟਨ ਸਮਝੋ ਜਦੋਂ ਆ ਪਿਛਲੇ ਸਾਲ ਲੋਕਡਾਊਨ ਥੋੜ੍ਹਾ ਜਿਹਾ ਖੁੱਲ੍ਹਿਆ ਉਦੋਂ ਕੀਤਾ। ਤੇ ਉਹਦੇ 'ਚ ਹੁਣ 31 ਪੋਰਟਰੇਟਸ ਲੱਗ ਚੁੱਕੇ ਨੇ ਗਦਰੀ ਯੋਧਿਆਂ ਦੇ, ਜਿਹੜੇ ਇੱਥੋਂ ਵਾਪਸ ਗਏ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ। 8 ਹੋਰ ਤੁਸੀਂ ਤਿਆਰ ਕਰ ਰਹੇ ਹੋ? 8 ਹੋਰ ਤਿਆਰ ਕਰ ਰਹੇ ਹਾਂ। ਤੇ ਉਹਦੇ ਨਾਲ ਮਤਲਬ ਉਹ 2 ਲੜੀ ਪੂਰੀ ਹੋ ਜਾਊਗੀ, ਤੇ ਉਸ ਤੋਂ ਅੱਗੇ ਫਿਰ ਹੋਰ ਦੇਖਦੇ ਹਾਂ ਕੀ ਪ੍ਰੋਜੈਕਟ ਚੱਲਦੇ ਨੇ। ਔਰ ਇਹ ਜਿਹੜੇ ਜਿਵੇਂ ਹੁਣ ਤੁਸੀਂ ਮੈਂ ਹੈਰਾਨ ਇਸ ਚੀਜ਼ ਤੋਂ ਆ ਵੀ ਜਦੋਂ ਫੇਸ ਤੁਸੀਂ ਕਿੰਨੇ ਕੁ ਕਿਤੇ ਬਣਾ ਸਕਦੇ ਹੋ, ਪੱਗ ਦੇ ਰੂਪ ਕਿੰਨੇ ਕੁ ਬਣਾ ਸਕਦੇ ਹੋ ਬੰਦਾ, ਹੈ ਨਾ। ਔਰ ਜਿਹੜੇ ਤੁਹਾਡੇ ਸਾਰੇ ਇਹ ਗਦਰੀ ਯੋਧਿਆਂ ਦੀ ਤੁਸੀਂ ਪੇਂਟਿੰਗਸ ਬਣਾਈਆਂ ਨੇ, ਔਰ ਇੱਕ ਦੂਜੇ ਤੋਂ ਬਿਲਕੁਲ ਵਿਲੱਖਣ ਦਿਖਦੇ ਨੇ, ਔਰ ਉਹਨਾਂ ਦੀ ਰੀਅਲ ਜਿਹੜੀ ਪੇਂਟਿੰਗਸ ਫੋਟੋਗ੍ਰਾਫੀ ਆ ਉਹਦੇ ਬਹੁਤ ਹੀ ਜ਼ਿਆਦਾ ਨੇੜੇ, ਮਤਲਬ ਉਹ ਸ਼ਾਇਦ ਉਹਦੇ ਵਿੱਚ ਤੁਸੀਂ ਆਪਣਾ ਕੁਝ ਵੱਧ ਉਦੋਂ ਚਿਤਰਨ ਕੀਤਾ ਹੋਇਆ। ਇਹ ਕਿਵੇਂ ਹੋ ਜਾਂਦਾ? ਉਹਦੇ 'ਚ ਇਸ ਤਰ੍ਹਾਂ ਸੀ ਵੀ ਕੁਛ ਸੂਰਬੀਰਾਂ ਦੀਆਂ ਤਾਂ ਫੋਟੋਆਂ ਬਹੁਤ ਮਤਲਬ ਚੰਗੀਆਂ ਵਧੀਆ ਫੋਟੋ ਜਿਹਦੇ ਵਿੱਚ ਉਹਨਾਂ ਦੇ ਨੈਣ ਨਕਸ਼ ਚੰਗੀ ਤਰ੍ਹਾਂ ਦਿਖਦੇ ਨੇ। ਤੇ ਪਰ ਕਈ ਇਸ ਤਰ੍ਹਾਂ ਸੀ ਵੀ ਕਿਉਂਕਿ ਉਸ ਟਾਈਮ ਫੋਟੋਗ੍ਰਾਫੀ ਦਾ ਹਲੇ ਇੰਨਾ
ਨਹੀਂ ਸੀਗਾ ਨਹੀਂ, ਤੇ ਨਾ ਡਿਵੈਲਪ ਹੀ ਨਹੀਂ। ਤੇ ਉਹਦੇ 'ਚ ਕਾਫੀ ਮੁਸ਼ਕਲ ਆਉਂਦੀ ਸੀਗੀ। ਔਰ ਕੋਈ ਐਸਾ ਵੀ ਸੀ ਜਿਨ੍ਹਾਂ ਦੀ ਪੇਂਟਿੰਗ ਨਾ ਹੋਵੇ, ਤੁਸੀਂ ਆਪ ਉਹ ਫੁਰਨੇ ਨਾਲ ਤਿਆਰ ਕੀਤੀ ਨਹੀਂ ਨਹੀਂ ਐਸੇ ਨਹੀਂ, ਸਾਰੀ ਕੋਈ paintings ਹੈਗੇ, ਸੀਗੀਆਂ। ਸਾਰਿਆਂ ਦੇ ਹੈਗੇ ਨੇ। ਕਈਆਂ ਦੇ ਥੋੜੇ ਜਿਵੇਂ ਮਤਲਬ ਉਨੀ ਕਲੈਰਿਟੀ ਨਹੀਂ ਕੋਈ ਸੀਗੀ, ਕਿਸੇ group ਦੇ ਵਿੱਚ detail ਖੜੇ ਦੀ, ਹੋਣ ਉਹ। ਕਿਸੇ ਗਰੁੱਪ 'ਚ ਜਾਂ ਬਹੁਤ ਛੋਟੀਆਂ ਫੋਟੋਆਂ ਹੁੰਦੀਆਂ ਸੀਗੀਆਂ। ਤੇ ਪਰ ਉਹ ਆਪਣੇ ਮਤਲਬ ਸਮਰੱਥਾ ਮੁਤਾਬਕ ਮੈਂ ਤੁਸੀਂ ਉਹ ਕੋਸ਼ਿਸ਼ ਆਪਣੀ ਕੀਤੀ ਆ ਦ੍ਰਿਸ਼ਟੀ ਵੀ ਦੇ ਨਾਲ ਹਾਂਜੀ, ਉਹਨੂੰ ਡਿਵੈਲਪ ਕਰ ਦਿੱਤਾ। ਹਾਂ। ਜਿਹੜਾ ਇੱਕ ਪੇਂਟਰ ਆ, ਮੇਰੇ ਖਿਆਲ ਆ ਵੀ ਬਰੁਸ਼ ਨੂੰ ਵਰਤਣਾ, ਰੰਗਾਂ ਨੂੰ ਵਰਤਣਾ ਤਾਂ ਹਰ ਬੰਦਾ ਕਰ ਸਕਦਾ, ਪਰ ਉਹਦੇ ਵਿੱਚ ਜਿਹੜੀ ਦ੍ਰਿਸ਼ਟੀ ਪਾਉਂਦਾ, ਜਿਹੜਾ ਪੇਂਟਰ ਆ, ਉਹ ਜੀਵਨ ਪਾਉਂਦਾ ਉਹਦੇ ਵਿੱਚ, ਮੇਰੇ ਖਿਆਲ ਉਹ ਇੱਕ ਪੇਂਟਰ ਦੀ ਸਭ ਤੋਂ ਵੱਡੀ ਕਾਮਯਾਬੀ ਦਾ ਰਾਜ ਨਹੀਂ ਹੈਗਾ, ਜਾਂ ਦੇਣ ਨਹੀਂ ਹੈਗੀ। ਬਿਲਕੁਲ। ਇਹਦੇ ਵਿੱਚ ਮੈਂ ਥੋੜੀ ਜਿਹੀ ਗੱਲ ਕਰੂੰ ਕਿ ਜਿਸ ਤਰ੍ਹਾਂ ਹੁਣ ਭਾਈ ਮੇਵਾ ਸਿੰਘ ਹਾਂਜੀ ਦੀ ਹੈ, ਮੇਵਾ ਸਿੰਘ ਦੀਆਂ 2-3 ਫੋਟੋਆਂ ਹੀ ਉਪਲਬਧ ਹੈਗੀਆਂ ਨੇ। ਤੇ ਹੁਣ ਥੋੜੇ ਸਮੇਂ ਹੋਏ ਤਾਂ ਉਹਨਾਂ ਦੀ ਇੱਕ ਹੋਰ ਫੋਟੋ ਵੀ ਸਾਹਮਣੇ ਆਈ, ਜਿਹੜੀ ਕਿ ਜਦੋਂ ਪੁਲਿਸ ਕਸਟਡੀ ਦੇ ਵਿੱਚ ਸੀਗੇ ਉਦੋਂ ਦੀ ਹੈ। ਉਹ ਸਭ ਤੋਂ ਲੇਟੈਸਟ ਫੋਟੋ ਹੈਗੀ ਔਰ ਬੜੀ ਵਧੀਆ ਸ਼ਾਰਪ ਹੈਗੀ। ਤੇ ਉਹ ਜਿਹੜੀਆਂ ਮਤਲਬ ਇੱਥੇ ਬਣਾਈ ਮੈਂ, ਉਹ ਸਮਝੋ ਉਹਦੇ ਤੇ ਆਧਾਰਿਤ ਹੀ ਆ ਤੇ ਉਹਦੀ ਮਤਲਬ ਭਾਈ ਮੇਵਾ ਸਿੰਘ ਦੀ ਜਿਹੜੀ ਦੇਖਣੀ ਆ, ਉਹਦੇ ਤੋਂ ਹੀ ਉਹਦੇ ਦ੍ਰਿੜ ਇਰਾਦੇ ਦਾ ਔਰ ਉਹਦਾ ਪਤਾ ਲੱਗ ਜਾਂਦਾ ਵੀ ਇਹ ਕਿੱਡਾ ਡਿਟਰਮਿਨਡ ਬੰਦਾ ਆ, ਜਿਹੜਾ ਆਪਣੀ ਜਦੋਜਹਿਦ ਔਰ ਆਪਣੇ ਸੰਘਰਸ਼ ਦੇ ਪ੍ਰਤੀ ਪੂਰਾ ਸਮਰਪਿਤ ਆ। ਇਸੇ ਤਰ੍ਹਾਂ ਹੀ ਬਾਬਾ ਗੁਰਦਿੱਤ ਸਿੰਘ ਦਾ ਪੋਰਟਰੇਟ, ਉਹ ਵੀ ਇਸ ਤਰ੍ਹਾਂ ਵੀ ਉਹਦੇ 'ਚ ਚਿਹਰੇ ਤੇ ਜਿਹੜੀ ਉਹ ਸਾਰੇ ਸੰਘਰਸ਼ ਦੀ ਜਿਹੜੀ ਪੀੜ ਆ, ਕਿਉਂਕਿ ਉਹ ਬਿਜ਼ਨਸਮੈਨ ਸੀਗੇ ਬਾਬਾ ਗੁਰਦਿੱਤ ਸਿੰਘ, ਔਰ ਬੜੀ ਉਹਨਾਂ ਦੇ ਮਤਲਬ ਉਹਨਾਂ ਨੂੰ ਅੰਗਰੇਜ਼ੀ ਜਿਹੜਾ ਜਸਟਿਸ ਸਿਸਟਮ ਆ ਉਹਦੇ ਤੇ ਬਹੁਤ ਭਰੋਸਾ ਸੀਗਾ। ਪਰ ਜਦੋਂ ਜਿਸ ਤਰ੍ਹਾਂ ਉਹ ਜਹਾਜ਼ ਲੈ ਕੇ ਕੈਨੇਡਾ ਆਏ, ਕਾਮਾਗਾਟਾ ਮਾਰੂ ਨਾਲ ਜੋ ਵਾਪਰੇ ਆਪਾਂ ਸਾਰੇ ਜਾਣਦੇ, ਉਦੋਂ ਮਤਲਬ ਉਹ ਜਿਹੜੀ ਉਹਨਾਂ ਦੀ ਜਸਟਿਸ ਸਿਸਟਮ ਦੇ ਵਿੱਚ ਵਿਸ਼ਵਾਸ ਨੂੰ ਜਿਹੜੀ ਸੱਟ ਵੱਜੀ ਕਹਿ ਲਓ, ਉਹ ਮਤਲਬ ਉਹਦੇ 'ਚ ਝਲਕਦੀ ਹੈ। ਉਹ ਇੱਕ ਤੁਹਾਡੀ ਪੇਂਟਿੰਗ ਦੀ ਇੱਕ ਵੱਖਰੀ ਤਰ੍ਹਾਂ ਦੀ, ਉਹਨਾਂ ਦੀ ਫੋਟੋ ਤੋਂ ਬਿਲਕੁਲ ਵੱਖਰੀ ਤਰ੍ਹਾਂ ਦੀ ਉਹ ਤੁਸੀਂ ਉਹਦੇ ਵਿੱਚ ਪਾਇਆ ਹੈਗਾ। ਤੇ ਹੁਣ ਜਰਨੈਲ ਸਿੰਘ ਜੀ, ਤੁਸੀਂ ਕੈਨੇਡਾ ਆਏ, ਤੁਸੀਂ ਕੈਨੇਡਾ ਦੇ ਵਿੱਚ ਹੁਣ ਗਦਰੀ ਬਾਬਿਆਂ ਦਾ ਕੰਮ, ਮੈਨੂੰ ਲੱਗਦਾ ਵੀ ਜਿਹੜੇ 8 ਪੇਂਟਿੰਗ ਨੇ ਉਹ ਛੇਤੀ ਸੰਪੂਰਨ ਹੋ ਜਾਣੀਆਂ ਨੇ। ਔਰ ਅਸੀਂ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਅੱਗੇ ਤੁਸੀਂ ਕਿਹੜਾ ਪ੍ਰੋਜੈਕਟ ਸ਼ੁਰੂ ਕਰਦੇ ਹੋ। ਸਾਡੀਆਂ ਸ਼ੁਭ-ਸ਼ਾਵਾਂ ਤੁਹਾਡੇ ਨਾਲ ਨੇ ਹਮੇਸ਼ਾ, ਔਰ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੇ ਐਸੀ ਬਖਸ਼ਿਸ਼ ਬਣਾਈ ਰੱਖੇ ਕਿ ਤੁਸੀਂ ਅੱਗੇ ਤੋਂ ਇਹ ਜਿਹੜਾ ਤੁਹਾਡਾ ਕੰਮ ਵਿੱਢਿਆ ਹੈ ਇਹਨੂੰ ਅੱਗੇ ਹੋਰ ਤੋਰਦੇ ਰਹੋ। ਹਾਂਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ। ਤੇ ਉਮੀਦ ਕਰਦੇ ਹਾਂ ਵੀ ਜਿੰਨੀ ਸਮਰੱਥਾ ਸ਼ਕਤੀ ਹੈਗੀ ਉਹਦੇ ਨਾਲ ਪੰਜਾਬ, ਪੰਜਾਬੀਅਤ, ਸਿੱਖ ਇਤਿਹਾਸ, ਜਿਹੜਾ ਸੁਨੇਹਾ ਆ, ਜਿਹੜਾ ਦਰਅਸਲ ਗੁਰੂ ਸਾਹਿਬ ਦਾ ਮੈਸੇਜ ਹੈਗਾ ਸਾਂਝੀਵਾਲਤਾ, ਬਰਾਬਰੀ, ਉਹ ਅਸੀਂ ਦੱਸਣ ਤੋਂ ਉੱਕ ਗਏ। ਅਸੀਂ ਦੱਸ ਹੀ ਨਹੀਂ ਸਕੇ ਲੋਕਾਂ ਨੂੰ ਵੀ ਅਸੀਂ ਆਹ ਚੀਜ਼ ਆ, ਸਭੇ ਸਾਂਝੀਵਾਲ ਸਦਾਇਨ, ਕੋਈ ਨਾ ਦੱਸੇ ਵਾਇਰਾ ਜੀ। ਸੋ ਉਹ ਜਿਹੜਾ ਸੁਨੇਹਾ ਹੈ ਉਹ ਸਾਰੀ ਦੁਨੀਆ ਤੱਕ ਪਹੁੰਚਾਉਣ ਦੀ ਲੋੜ ਹੈਗੀ ਆ, ਤੇ ਸਮਰੱਥਾ ਅਨੁਸਾਰ ਕਰੀ ਜਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਫੇਰ ਮਿਲਦੇ ਹਾਂ ਛੇਤੀ ਆਉਣ ਵਾਲੇ ਪ੍ਰੋਜੈਕਟ ਤੋਂ ਬਾਅਦ ਤੁਹਾਡੇ ਤੋਂ। ਤੇ ਅੱਜ ਗੱਲਬਾਤ ਨੂੰ ਇੱਥੇ ਹੀ ਸਮੇਟਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫੇਰ ਦੇਖਣ ਲਈ ਸਿਰ ਝੁਕਾ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।